ਗੁੱਡ ਮਾਰਨਿੰਗ ਸਟੂਡੈਂਟਸ। ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਅੱਜ ਆਪਾਂ ਤੁਹਾਡੀ ਪਾਠ ਪੁਸਤਕ ਕੁਰੂੰਬਲਾਂ ਦਾ ਪਾਠ 10 ਬਚਪਨ ਦੀ ਯਾਰੀ ਪੜ੍ਹਾਂਗੇ। ਇਹ ਕਵਿਤਾ ਬਚਪਨ ਦੀ ਯਾਰੀ ਸੁਭਾਸ਼ ਗੁਪਤਾ ਜੀ ਦੁਆਰਾ ਲਿਖੀ ਗਈ ਹੈ। ਇਸ ਕਵਿਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਔਰ ਸੁਦਾਮਾ ਦੀ ਦੋਸਤੀ ਬਾਰੇ ਦੱਸਿਆ ਗਿਆ ਹੈ। ਇਹਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਜਦੋਂ ਗਰੀਬੀ ਦੀ ਹਾਲਤ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣ ਆਉਂਦਾ ਹੈ ਤਾਂ ਸ਼੍ਰੀ ਕ੍ਰਿਸ਼ਨ ਜੀ ਉਸ ਦਾ ਕਿਸ ਤਰ੍ਹਾਂ ਸਵਾਗਤ ਕਰਦੇ ਹੈ। ਇਸ ਕਵਿਤਾ ਰਾਹੀਂ ਕਵੀ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਮਿੱਤਰ ਉਹ ਹੁੰਦਾ ਹੈ ਜੋ ਮੁਸੀਬਤ ਵਿੱਚ ਕੰਮ ਆਵੇ। ਮਿੱਤਰਤਾ ਵਿੱਚ ਊਚ ਨੀਚ, ਅਮੀਰੀ ਗਰੀਬੀ, ਵੱਡਾ ਛੋਟਾ ਇਸ ਦੀ ਕੋਈ ਜਗ੍ਹਾ ਨਹੀਂ ਹੁੰਦੀ। ਤਾਂ ਕਵੀ ਕਹਿਣਾ ਚਾਹੁੰਦਾ ਹੈ ਕਿ ਮਿੱਤਰਤਾ ਨਿਰਪੱਖ ਹੋ ਕੇ ਨਿਭਾਉਣੀ ਚਾਹੀਦੀ ਹੈ। ਆਓ ਆਪਾਂ ਕਵਿਤਾ ਪੜ੍ਹਦੇ ਹਾਂ। ਸੁਦਾਮਾ ਔਰ ਸ਼੍ਰੀ ਕ੍ਰਿਸ਼ਨ ਜੀ ਬਚਪਨ ਦੇ ਸਨ ਸੀਗੇ ਪੱਕੇ ਯਾਰ। ਕ੍ਰਿਸ਼ਨ ਸੁਦਾਮਾ ਬਚਪਨ ਦੇ ਸਨ ਸੀਗੇ ਪੱਕੇ ਯਾਰ। ਸ਼੍ਰੀ ਕ੍ਰਿਸ਼ਨ ਜੀ ਔਰ ਸੁਦਾਮਾ ਦੋਨੋਂ ਇੱਕੋ ਗੁਰੂਕੁਲ ਵਿੱਚ ਪੜ੍ਹਦੇ ਸਨ। ਇਹ ਜਿਹੜਾ ਗੁਰੂਕੁਲ ਸੀ ਰਿਸ਼ੀ ਸੰਦੀਪਨ ਦਾ ਗੁਰੂਕੁਲ ਸੀ। ਦੋਨਾਂ ਨੇ ਰਿਸ਼ੀ ਸੰਦੀਪਨ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਤੇ ਸੁਦਾਮਾ ਰਹਿ ਗਿਆ ਗਰੀਬ ਬ੍ਰਾਹਮਣ, ਕ੍ਰਿਸ਼ਨ ਲਾਏ ਦਰਬਾਰ। ਕ੍ਰਿਸ਼ਨ ਸੁਦਾਮਾ ਬਚਪਨ ਦੇ ਦੋਸਤ ਸਨ, ਸੀਗੇ ਪੱਕੇ ਯਾਰ ਯਾਰ ਦੋਸਤ। ਸੁਦਾਮਾ ਗਰੀਬ ਰਹਿ ਗਿਆ ਤੇ ਕ੍ਰਿਸ਼ਨ ਲਾਏ ਦਰਬਾਰ, ਕ੍ਰਿਸ਼ਨ ਜੀ ਦਵਾਰਕਾ ਦੇ ਰਾਜਾ ਬਣ ਗਏ। ਇੱਕ ਦਿਨ ਬੋਲੀ ਔਖੀ ਹੋ ਕੇ ਸੀ ਸੁਦਾਮਾ ਦੀ ਨਾਰ ਪਤਨੀ। ਇੱਕ ਦਿਨ ਸੁਦਾਮਾ ਦੀ ਪਤਨੀ ਔਖੀ ਹੋ ਕੇ ਬੋਲੀ, ਕਿਉਂਕਿ ਸੁਦਾਮਾ ਬਹੁਤ ਗਰੀਬ ਸੀ। ਉਹ ਇੱਥੋਂ ਤੱਕ ਕਿ ਉਹਦੇ ਘਰ 2 ਵਕਤ ਦੀ ਰੋਟੀ ਦਾ ਵੀ ਇੰਤਜ਼ਾਮ ਨਹੀਂ ਸੀ ਹੁੰਦਾ ਤੇ ਉਸਦੀ ਪਤਨੀ ਇੱਕ ਦਿਨ ਬਹੁਤ ਦੁਖੀ ਹੋ ਕੇ ਬੋਲੀ, ਭੁੱਖ ਨਾਲ ਨੇ ਵਿਲਕਣ ਬੱਚੇ, ਵਿਲਕਣ ਰੋਂਦੇ। ਇਹਨਾਂ ਦੀ ਲਓ ਸਾਰ ਲੈਣੀ ਪਤਾ ਲੈਣਾ। ਕੋਈ ਸੁੱਧ ਬੁੱਧ ਲਓ, ਬੱਚੇ ਭੁੱਖ ਨਾਲ ਰੋ ਰਹੇ ਹਨ, ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਹੈ। ਕੋਈ ਇਹਨਾਂ ਬਾਰੇ ਕੋਈ ਇਸ ਸਮੱਸਿਆ ਦਾ ਕੋਈ ਹੱਲ ਕੱਢੋ। ਸੁਣਿਆ ਤੁਹਾਡੇ ਬਚਪਨ ਦਾ ਹੈ ਦੋਸਤ ਕ੍ਰਿਸ਼ਨ ਮੁਰਾਰ। ਮੈਂ ਸੁਣਿਆ ਹੈ ਤੁਹਾਡੇ ਬਚਪਨ ਦਾ ਦੋਸਤ ਹੈ ਜਿਹਦਾ ਨਾਂ ਕ੍ਰਿਸ਼ਨ ਮੁਰਾਰ ਹੈ। ਜਾਵੋ ਆਖੋ ਉਹਨਾਂ ਨੂੰ ਅਸੀਂ ਹਾਂ ਬੜੇ ਲਾਚਾਰ। ਉਹਨਾਂ ਨੂੰ ਜਾ ਕੇ ਕਹੋ ਕਿ ਅਸੀਂ ਬੜੇ ਮਜਬੂਰ ਹਾਂ, ਲਾਚਾਰ ਬੜੇ ਮਜਬੂਰ ਹਾਂ। ਕਿਉਂਕਿ ਉਹ ਸੁਦਾਮਾ ਦੀ ਪਤਨੀ ਗਰੀਬੀ ਹੱਥੋਂ ਸਤਾਈ ਪਈ ਸੀ। ਬੱਚਿਆਂ ਨੂੰ ਭੁੱਖੇ ਦੇਖ ਕੇ ਉਸ ਤੋਂ ਸਹਿਣ ਨਹੀਂ ਹੁੰਦਾ ਸੀ ਕਿ ਉਸਦੇ ਬੱਚੇ ਭੁੱਖੇ ਰਹਿਣ। ਇਸ ਕਰਕੇ ਉਹ ਔਖੀ ਹੋ ਕੇ ਇੱਕ ਦਿਨ ਸੁਦਾਮਾ ਨੂੰ ਕਹਿੰਦੀ ਹੈ ਕਿ ਮੈਂ ਸੁਣਿਆ ਕ੍ਰਿਸ਼ਨ ਮੁਰਾਰ ਜਿਹੜਾ ਹੈ ਉਹ ਤੁਹਾਡਾ ਬਚਪਨ ਦਾ ਦੋਸਤ ਹੈ, ਤੁਸੀਂ ਜਾਓ ਤੇ ਉਹਨੂੰ ਕਹੋ। ਪਤਨੀ ਕੋਲੋਂ ਸੁਣ ਕੇ ਗੱਲਾਂ ਸੁਦਾਮਾ ਹੋਇਆ ਤਿਆਰ। ਜਦੋਂ ਪਤਨੀ ਨੇ ਉਹਨੂੰ 2-4 ਗੱਲਾਂ ਕਹੀਆਂ ਤਾਂ ਸੁਦਾਮਾ ਤਿਆਰ ਹੋ ਗਿਆ। ਡਿੱਗਦਾ ਢਹਿੰਦਾ ਠੇਡੇ ਖਾਂਦਾ ਜਾ ਪਹੁੰਚਾ ਦਰਬਾਰ। ਮਤਲਬ ਮਜਬੂਰ ਸੀ, ਉਹਦਾ ਦਿਲ ਨਹੀਂ ਸੀ ਕਰਦਾ ਕਿ ਉਹ ਜਾ ਕੇ ਕਿਸੇ ਕੋਲੋਂ ਸਹਾਇਤਾ ਮੰਗੇ, ਪਰ ਕੀ ਕਰ ਸਕਦਾ ਸੀ। ਪਤਨੀ ਪਰੇਸ਼ਾਨ ਸੀ, ਉਹ ਬਾਰ-ਬਾਰ ਸੁਦਾਮਾ ਨੂੰ ਸੁਣਾਉਂਦੀ ਸੀ। ਇਸ ਕਰਕੇ ਉਹ ਡਿੱਗਦਾ ਢਹਿੰਦਾ ਮਤਲਬ ਬੁਰੀ ਹਾਲਤ ਵਿੱਚ ਠੋਕਰਾਂ ਖਾਂਦਾ ਹੋਇਆ, ਠੇਡੇ ਖਾਂਦਾ ਠੋਕਰਾਂ ਖਾਂਦਾ ਹੋਇਆ ਸ਼੍ਰੀ ਕ੍ਰਿਸ਼ਨ ਜੀ ਦੇ ਦਰਬਾਰ ਵਿੱਚ ਪਹੁੰਚਦਾ ਹੈ। ਵੇਖ ਸੁਦਾਮਾ ਨੂੰ ਪਹਿਰੇਦਾਰ ਨੇ ਕੀਤੀ ਸੀ ਤਕਰਾਰ ਬਹਿਸ। ਜਦੋਂ ਸੁਦਾਮਾ ਦੀ ਹਾਲਤ ਦੇਖੀ ਕਿ ਇੱਕ ਗਰੀਬ ਜਿਹਾ ਬ੍ਰਾਹਮਣ ਅੰਦਰ ਜਾਣਾ ਚਾਹੁੰਦਾ ਹੈ ਤਾਂ ਉਹਨੇ ਉਸ ਨਾਲ ਬਹਿਸ ਕਰ ਲਈ
ਮਤਲਬ ਉਹਨੂੰ ਜਾਣ ਨਹੀਂ ਸੀ ਦੇ ਰਿਹਾ ਉਹ। ਸੁਦਾਮਾ ਆਖੇ ਪਹਿਰੇਦਾਰ ਨੂੰ, ਮੇਰਾ ਬੇਲੀ ਕ੍ਰਿਸ਼ਨ ਮੁਰਾਰ, ਬੇਲੀ ਦੋਸਤ। ਸੁਦਾਮਾ ਪਹਿਰੇਦਾਰ ਨੂੰ ਕਹਿ ਰਿਹਾ ਸੀ ਕਿ ਕ੍ਰਿਸ਼ਨ ਮੁਰਾਰ ਜਿਹੜਾ ਹੈ ਮੇਰਾ ਦੋਸਤ ਹੈ। ਤੇ ਸੁਦਾਮੇ ਦੀ ਹਾਲਤ ਦੇਖ ਕੇ ਪਹਿਰੇਦਾਰ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ, ਇਸ ਲਈ ਉਸ ਨਾਲ ਬਹਿਸ ਕਰਨ ਲੱਗਾ ਕਿ ਤੂੰ ਅੰਦਰ ਨਹੀਂ ਜਾ ਸਕਦਾ। ਸੁਣ ਕੇ ਸੁਦਾਮੇ ਕੋਲੋਂ ਹੱਸਿਆ ਪਹਿਰੇਦਾਰ। ਜਦੋਂ ਉਹਨੇ ਇਹ ਸ਼ਬਦ ਸੁਣੇ ਕਿ ਸ਼੍ਰੀ ਕ੍ਰਿਸ਼ਨ ਉਸਦੇ ਦੋਸਤ ਹਨ ਤਾਂ ਉਹ ਹੱਸਣ ਲੱਗ ਪਿਆ। ਜਾ ਚਲਾ ਜਾ ਇੱਥੋਂ ਪੰਡਤਾ, ਖਾਏਂਗਾ ਦੋ ਚਾਰ ਖਾਣਾ ਕੁੱਟ ਖਾਏਂਗਾ। ਤੂੰ ਇੱਥੋਂ ਚੁੱਪਚਾਪ ਚਲਾ ਜਾ, ਨਹੀਂ ਤਾਂ ਮੇਰੇ ਤੋਂ ਮਾਰ ਖਾਏਂਗਾ। ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ ਸ਼੍ਰੀ ਕ੍ਰਿਸ਼ਨ ਐਡੇ ਵੱਡੇ ਰਾਜਾ, ਤੂੰ ਗਰੀਬ ਜਿਹਾ ਬ੍ਰਾਹਮਣ, ਤੇ ਤੁਹਾਡੀ ਆਪਸ ਵਿੱਚ ਦੋਸਤੀ ਹੈ? ਐਂ ਕਿਵੇਂ ਹੋ ਸਕਦਾ ਹੈ? ਅਚਾਨਕ ਤੱਕਿਆ ਸੀ ਕਾਨ੍ਹਾ ਨੇ, ਨੰਗੇ ਪੈਰੀ ਆਏ। ਪਰ ਕੀ ਹੋਇਆ? ਕਾਨ੍ਹਾ ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਹੈ। ਅਚਾਨਕ ਕ੍ਰਿਸ਼ਨ ਜੀ ਨੇ ਦੇਖਿਆ ਕਿ ਬਾਹਰ ਸੁਦਾਮਾ ਖੜਾ ਹੈ, ਨੰਗੇ ਪੈਰੀ ਆਏ, ਤਾਂ ਉਹ ਨੰਗੇ ਪੈਰੀ ਹੀ ਭੱਜ ਕੇ ਆ ਗਏ। ਫੜ ਕੇ ਸੀ ਸੁਦਾਮਾ ਤਾਈਂ ਸਿੰਘਾਸਨ ਤੇ ਬਿਠਾਏ। ਜਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਦੇਖਿਆ ਕਿ ਸੁਦਾਮਾ ਆਇਆ ਹੈ ਤਾਂ ਉਹ ਫੜ ਕੇ ਸੁਦਾਮਾ ਨੂੰ ਅੰਦਰ ਲੈ ਗਏ ਤੇ ਸਿੰਘਾਸਨ, ਤਖਤ, ਜਿਹੜਾ ਉਹਨਾਂ ਦਾ ਬੈਠਣ ਦੀ ਜਗ੍ਹਾ ਹੁੰਦੀ ਹੈ ਰਾਜੇ ਦੀ ਸਭ ਤੋਂ ਉੱਚੀ, ਉਹਨੂੰ ਕਹਿੰਦੇ ਸਿੰਘਾਸਨ, ਤਾਂ ਉਹਨਾਂ ਨੇ ਸੁਦਾਮੇ ਨੂੰ ਤਖਤ ਤੇ ਬਿਠਾਇਆ, ਰਾਜ ਸਿੰਘਾਸਨ ਤੇ ਬਿਠਾ ਦਿੱਤਾ। ਰੁਕਮਨ ਵੇਖੇ ਹੱਕੀ ਬੱਕੀ, ਇਹ ਕੌਣ ਹੈ ਆਇਆ? ਹੱਕੀ ਬੱਕੀ ਹੈਰਾਨੀ ਨਾਲ। ਰੁਕਮਨ ਕੌਣ ਸੀ? ਸ਼੍ਰੀ ਕ੍ਰਿਸ਼ਨ ਜੀ ਦੀ ਪਤਨੀ ਸੀ। ਤਾਂ ਸ਼੍ਰੀ ਕ੍ਰਿਸ਼ਨ ਜੀ ਦੀ ਪਤਨੀ ਹੈਰਾਨ ਹੋ ਕੇ ਦੇਖਦੀ ਹੈ ਕਿ ਇਹ ਕੌਣ ਆਇਆ ਹੈ, ਜਿਸ ਨੂੰ ਮਾਨ ਹੈ ਇੰਨਾ ਦਿੱਤਾ, ਸਿੰਘਾਸਨ ਤੇ ਬਿਠਾਇਆ। ਕਿ ਇਹ ਕੌਣ ਹੋ ਸਕਦਾ ਹੈ ਜਿਹਨੂੰ ਸ਼੍ਰੀ ਕ੍ਰਿਸ਼ਨ ਜੀ ਇੰਨਾ ਮਾਨ ਦੇ ਰਹੇ ਹਨ ਤੇ ਸਿੰਘਾਸਨ ਤੇ ਬਿਠਾ ਦਿੱਤਾ? ਅੱਖਾਂ ਵਿੱਚ ਸੀ ਭਰ ਕੇ ਹੰਝੂ, ਕ੍ਰਿਸ਼ਨ ਨੇ ਫਰਮਾਇਆ। ਅੱਖਾਂ ਵਿੱਚ ਹੰਝੂ, ਆਂਸੂ ਆ ਗਏ ਤੇ ਸ਼੍ਰੀ ਕ੍ਰਿਸ਼ਨ ਬੋਲੇ, ਇਹ ਬਚਪਨ ਦਾ ਯਾਰ ਹੈ ਮੇਰਾ, ਗਰੀਬੀ ਦਾ ਸਤਾਇਆ ਤੰਗ ਕੀਤਾ ਹੋਇਆ। ਇਹ ਮੇਰਾ ਬਚਪਨ ਦਾ ਦੋਸਤ ਹੈ, ਇਸ ਨੂੰ ਗਰੀਬੀ ਨੇ ਪਰੇਸ਼ਾਨ ਕੀਤਾ ਹੋਇਆ ਹੈ, ਤੰਗ ਕੀਤਾ ਹੋਇਆ ਹੈ। ਇਹ ਗਰੀਬੀ ਕਾਰਨ ਦੁਖੀ ਹੈ। ਰੁਕਮਨ ਤੋਂ ਮੰਗਵਾ ਕੇ ਪਾਣੀ ਪੈਰ ਯਾਰ ਦੇ ਧੋਂਦੇ। ਸ਼੍ਰੀ ਕ੍ਰਿਸ਼ਨ ਨੇ ਰੁਕਮਨੀ ਤੋਂ ਪਾਣੀ ਮੰਗਵਾਇਆ ਤੇ ਆਪਣੇ ਦੋਸਤ ਦੇ ਪੈਰ ਧੋਤੇ। ਉਹਦਾ ਇੰਨਾ ਮਾਣ ਸਤਿਕਾਰ ਕੀਤਾ ਤੇ ਪਾਣੀ ਨਹੀਂ ਸੀ ਸਮਝ ਕੇ ਅੰਮ੍ਰਿਤ ਕਾਨ੍ਹਾ ਮੂੰਹ ਨੂੰ ਲਾਉਂਦੇ। ਤੇ ਜਿਹੜੇ ਪਾਣੀ ਨਾਲ ਉਹਨਾਂ ਨੇ ਸੁਦਾਮੇ ਦੇ ਪੈਰ ਧੋਤੇ ਸਨ, ਉਹਨੂੰ ਉਹ ਪਾਣੀ ਨਹੀਂ ਸਮਝ ਰਹੇ ਸੀ, ਉਹਨਾਂ ਲਈ ਉਹ ਅੰਮ੍ਰਿਤ ਸੀ। ਦੇਖੋ, ਇਹ ਹੈ ਦੋਸਤੀ, ਕਿ ਸ਼੍ਰੀ ਕ੍ਰਿਸ਼ਨ ਜੀ ਉਸ ਪਾਣੀ ਨੂੰ ਜਿਹਦੇ ਵਿੱਚ ਸੁਦਾਮਾ ਦੇ ਪੈਰ ਧੋਤੇ ਸਨ, ਉਹਨੂੰ ਮੂੰਹ ਨੂੰ ਲਾ ਲੈਂਦੇ ਹਨ, ਉਹਨੂੰ ਅੰਮ੍ਰਿਤ ਦੇ ਸਮਾਨ ਸਮਝਦੇ ਹਨ। ਭਾਵ ਉਹਨਾਂ ਨੇ ਦੋਸਤੀ ਨੂੰ ਇੰਨਾ ਮਾਣ ਦਿੱਤਾ, ਦੋਸਤ ਨੂੰ ਇੰਨਾ ਸਤਿਕਾਰ ਦਿੱਤਾ। ਭਾਬੀ ਨੇ ਕੀ ਭੇਜਿਆ ਮੈਨੂੰ ਇੱਧਰ ਦੇ ਬੇਈਮਾਨਾ। ਉਹ ਸੁਦਾਮਾ ਨੂੰ ਬੇਈਮਾਨ ਕਹਿ ਕੇ ਸੰਬੋਧਿਤ ਕਰਦੇ ਹਨ ਤੇ ਕਹਿੰਦੇ ਹਨ ਕਿ ਐਂ ਤਾਂ ਹੋ ਨਹੀਂ ਸਕਦਾ ਕਿ ਭਾਬੀ ਨੇ, ਮਤਲਬ ਤੇਰੀ ਪਤਨੀ ਨੇ, ਮੇਰੇ ਲਈ ਕੁਝ ਸੁਗਾਤ ਨਾ ਭੇਜੀ ਹੋਵੇ, ਕੁਝ ਤੋਹਫਾ ਗਿਫਟ ਨਾ ਭੇਜਿਆ ਹੋਵੇ। ਤੂੰ ਮੈਨੂੰ ਉਹ ਦੇ, ਫੱਕੇ ਮਾਰ ਸਵਾਦ ਨਾਲ ਖਾਂਦੇ ਚਾਵਲ ਮੇਰੇ ਕਾਨਾ। ਜੋ ਥੋੜ੍ਹੇ ਜਿਹੇ ਚਾਵਲ ਪੋਟਲੀ ਦੇ ਵਿੱਚ ਬੰਨ੍ਹ ਕੇ ਸੁਦਾਮੇ ਦੀ ਪਤਨੀ ਨੇ ਦਿੱਤੇ ਸਨ, ਉਹ ਫੱਕੇ ਮਾਰ ਕੇ, ਮਤਲਬ ਬੜੇ ਸਵਾਦ ਨਾਲ ਖਾ ਰਹੇ ਹਨ ਸ਼੍ਰੀ ਕ੍ਰਿਸ਼ਨ ਜੀ, ਤਾਂ ਕਿ ਉਹਨੂੰ ਐ ਮਹਿਸੂਸ ਨਾ ਹੋਵੇ ਕਿ ਉਹਦੇ ਲਈ ਉਹ ਛੋਟੀ ਜਿਹੀ ਚੀਜ਼ ਲਿਆਇਆ ਹੈ। ਕਾਫੀ ਦਿਨ ਸੀ ਰਿਹਾ ਸੁਦਾਮਾ ਆਪਣੇ ਘਰ ਨੂੰ ਧਾਇਆ। ਕਾਫੀ ਦਿਨ ਦੋਨੋਂ ਦੋਸਤ ਇਕੱਠੇ ਰਹੇ ਤੇ ਫਿਰ ਥੋੜ੍ਹੇ ਦਿਨਾਂ ਬਾਅਦ ਸੁਦਾਮਾ ਆਪਣੇ ਘਰ ਵਾਪਸ ਆ ਗਿਆ। ਝੁੱਗੀ ਦੀ ਥਾਂ ਮਹਿਲ ਦੇਖ ਕੇ ਸੁਦਾਮਾ ਸੀ ਹਰਸ਼ਾਇਆ ਖੁਸ਼ ਹੋ ਗਿਆ। ਜਦੋਂ ਉਹਨੇ ਝੁੱਗੀ ਦੀ ਜਗ੍ਹਾ 'ਤੇ ਮਹਿਲ ਦੇਖਿਆ ਤਾਂ ਉਹ
महल देख के बड़ा खुश होया, हर्षाया खुश होया। बल्ले ओ मेरे यारा कृष्णा तेरा भेद ना पाया। ਤਾਂ ਸੁਦਾਮਾ ਕਹਿੰਦਾ ਹੈ, ਬੱਲੇ ਹੋਏ ਮੇਰੇ ਦੋਸਤ ਕ੍ਰਿਸ਼ਨਾ, ਤੇਰਾ ਮੈਂ ਭੇਦ ਨਹੀਂ ਪਾ ਸਕਦਾ, ਰਹੱਸ ਨਹੀਂ ਪਾ ਸਕਦਾ। ਧੰਨ ਤੂੰ, ਧੰਨ ਤੇਰੀ ਯਾਰੀ, ਯਾਰੀ ਨੂੰ ਚਮਕਾਇਆ। ਤੂੰ ਵੀ ਧੰਨ ਹੈ, ਤੇਰੀ ਦੋਸਤੀ ਵੀ ਧੰਨ ਹੈ। ਤੂੰ ਤਾਂ ਦੋਸਤੀ ਨੂੰ ਹੀ ਮਸ਼ਹੂਰ ਕਰ ਦਿੱਤਾ, ਦੋਸਤੀ ਸ਼ਬਦ ਨੂੰ ਹੀ ਮਸ਼ਹੂਰ ਕਰ ਦਿੱਤਾ। ਤੇ ਤੂੰ ਮੇਰੇ ਲਈ ਇੰਨਾ ਕੁਛ ਕੀਤਾ, ਮੇਰੀ ਇੰਨਾ ਮਾਣ ਸਤਿਕਾਰ ਕੀਤਾ, ਇੰਨੀ ਸੇਵਾ ਕੀਤੀ, ਤੇ ਮੈਨੂੰ ਬਿਨਾਂ ਕਹੇ ਹੀ ਸਭ ਕੁਝ ਸਮਝ ਗਿਆ ਔਰ ਮੈਨੂੰ ਐਡਾ ਵੱਡਾ ਮਹਿਲ ਦੇ ਦਿੱਤਾ। ਤਾਂ ਧੰਨ ਤੂੰ ਹੈ, ਧੰਨ ਤੇਰੀ ਦੋਸਤੀ ਹੈ। ਬੇਟਾ ਦੇਖੋ, ਇਹ ਹੁੰਦੀ ਹੈ ਦੋਸਤੀ। ਸ਼੍ਰੀ ਕ੍ਰਿਸ਼ਨ ਜੀ ਨੇ ਕੋਈ ਭੇਦਭਾਵ ਨਹੀਂ ਕੀਤਾ, ਐ ਨਹੀਂ ਸੋਚਿਆ ਕਿ ਇਹ ਗਰੀਬ ਹੈ, ਲੋਕ ਮੈਨੂੰ ਕੀ ਕਹਿਣਗੇ, ਮੇਰੇ ਦਰਬਾਰ ਵਿੱਚ ਲੋਕ ਕੀ ਸੋਚਣਗੇ ਕਿ ਮੈਨੂੰ ਇੰਨਾ ਮਾਣ ਸਤਿਕਾਰ ਦੇ ਰਿਹਾ ਹਾਂ। ਨਹੀਂ, ਉਹਨਾਂ ਨੇ ਖੂਬ ਮਾਣ ਸਤਿਕਾਰ ਦਿੱਤਾ ਆਪਣੇ ਦੋਸਤ ਨੂੰ ਔਰ ਆਪਣੀ ਦੋਸਤੀ ਨਿਭਾਈ। ਤੇ ਬੇਟਾ ਇਸ ਤੋਂ ਬਾਅਦ ਆਪਾਂ ਇਸ ਕਵਿਤਾ ਦੇ ਪ੍ਰਸ਼ਨ ਉੱਤਰ ਕਰਾਂਗੇ। ਇਸ 'ਚੋਂ ਵੈਸੇ ਤਾਂ ਕਾਵ ਟੋਟਾ ਵੀ ਆਏਗਾ। ਕਾਵ ਟੋਟਾ ਮਤਲਬ ਇੱਕ ਕਵਿਤਾ ਦੀਆਂ ਲਾਈਨਾਂ ਦਿੱਤੀਆਂ ਹੋਣਗੀਆਂ 4 ਜਾਂ 6, ਉਹਦੇ ਵਿੱਚੋਂ ਪ੍ਰਸ਼ਨ ਛਾਂਟ ਕੇ ਕਰਨੇ ਹੋਣਗੇ। ਤੇ 1-1 ਨੰਬਰ ਵਾਲੇ ਪ੍ਰਸ਼ਨ ਉੱਤਰ ਤਾਂ ਆਉਣੇ ਹੀ ਹੈ, ਉਹ ਆਪਾਂ ਕਰਦੇ ਹਾਂ। ਮੈਂ ਪ੍ਰਸ਼ਨ ਉੱਤਰ ਦੀ PDF ਵੀ ਭੇਜੂੰਗੀ ਬੇਟਾ, ਉਹ 'ਚੋਂ ਦੇਖ ਕੇ ਤੁਸੀਂ ਫੇਰ ਨੋਟਬੁੱਕ 'ਤੇ ਸਾਫ਼-ਸਾਫ਼ ਉਤਾਰ ਲੈਣਾ। ਉੱਪਰ ਲੈਸਨ ਦਾ ਨਾਮ, ਕਵਿਤਾ ਦਾ ਨਾਮ ਲਿਖਣਾ ਹੈ, ਕਵੀ ਦਾ ਨਾਮ ਲਿਖਣਾ ਹੈ। ਠੀਕ ਹੈ, ਆਓ ਆਪਾਂ ਇਹਦੇ ਪ੍ਰਸ਼ਨ ਉੱਤਰ ਕਰੀਏ। ਵੱਡੇ ਹੋ ਕੇ ਸੁਦਾਮਾ ਕੀ ਰਹਿ ਗਿਆ ਤੇ ਕ੍ਰਿਸ਼ਨ ਜੀ ਕੀ ਬਣ ਗਏ। ਵੱਡੇ ਹੋ ਕੇ ਸੁਦਾਮਾ ਗਰੀਬ ਰਹਿ ਗਿਆ ਤੇ ਕ੍ਰਿਸ਼ਨ ਜੀ ਦਵਾਰਕਾ ਦੇ ਰਾਜਾ ਬਣ ਗਏ। ਦੂਸਰਾ ਪ੍ਰਸ਼ਨ ਹੈ, ਸੁਦਾਮਾ ਦੀ ਪਤਨੀ ਨੇ ਉਸਨੂੰ ਕੀ ਕਿਹਾ। ਸੁਦਾਮਾ ਦੀ ਪਤਨੀ ਨੇ ਉਸਨੂੰ ਕਿਹਾ ਕਿ ਆਪਣੇ ਬਚਪਨ ਦੇ ਦੋਸਤ ਸ਼੍ਰੀ ਕ੍ਰਿਸ਼ਨ ਕੋਲ ਜਾਓ ਤੇ ਉਹਨਾਂ ਤੋਂ ਸਹਾਇਤਾ ਮੰਗੋ, ਮਦਦ ਮੰਗੋ, ਤਾਂ ਕਿ ਆਪਣੀ ਗਰੀਬੀ ਦੂਰ ਹੋ ਸਕੇ। ਤੀਸਰਾ ਪ੍ਰਸ਼ਨ ਹੈ, ਸੁਦਾਮਾ ਕ੍ਰਿਸ਼ਨ ਜੀ ਪਾਸ ਕਿਵੇਂ ਪੁੱਜਾ। ਸੁਦਾਮਾ ਕ੍ਰਿਸ਼ਨ ਜੀ ਪਾਸ ਕਿਵੇਂ ਪੁੱਜਾ ਸੀ। ਉੱਤਰ ਵਿੱਚ ਲਿਖਣਾ ਹੈ, ਸੁਦਾਮਾ ਕ੍ਰਿਸ਼ਨ ਜੀ ਪਾਸ ਡਿੱਗਦਾ ਢਹਿੰਦਾ ਤੇ ਠੋਕਰਾਂ ਖਾਂਦਾ ਪੁੱਜਾ। ਚੌਥਾ ਪ੍ਰਸ਼ਨ ਹੈ, ਕ੍ਰਿਸ਼ਨ ਜੀ ਨੇ ਸੁਦਾਮਾ ਜੀ ਨੂੰ ਵੇਖ ਕੇ ਕੀ ਕੀਤਾ। ਜਦੋਂ ਕ੍ਰਿਸ਼ਨ ਜੀ ਨੇ ਸੁਦਾਮਾ ਨੂੰ ਦੇਖਿਆ ਤਾਂ ਉਹਨਾਂ ਦਾ ਪੂਰਾ ਆਦਰ ਕੀਤਾ ਤੇ ਆਪਣੇ ਸਿੰਘਾਸਨ ਤੇ ਬਿਠਾ ਕੇ ਉਹਨਾਂ ਦੇ ਚਰਨ ਧੋਤੇ। ਨੈਕਸਟ ਕੁਐਸਚਨ ਹੈ, ਕੁਐਸਚਨ ਨੰਬਰ 5। ਕ੍ਰਿਸ਼ਨ ਜੀ ਨੇ ਰੁਕਮਣੀ ਨੂੰ ਸੁਦਾਮਾ ਬਾਰੇ ਕੀ ਤੇ ਕਿਵੇਂ ਦੱਸਿਆ। ਕ੍ਰਿਸ਼ਨ ਜੀ ਨੇ ਰੁਕਮਣੀ ਨੂੰ ਦੱਸਿਆ ਕਿ ਇਹ ਮੇਰਾ ਬਚਪਨ ਦਾ ਦੋਸਤ ਹੈ, ਇਹ ਬਹੁਤ ਗਰੀਬ ਹੈ। 6 ਕੁਐਸਚਨ ਹੈ, ਸੁਦਾਮਾ ਦੀ ਪਤਨੀ ਨੇ ਕ੍ਰਿਸ਼ਨ ਜੀ ਲਈ ਕੀ ਭੇਜਿਆ ਸੀ। ਸੁਦਾਮਾ ਦੀ ਪਤਨੀ ਨੇ ਕ੍ਰਿਸ਼ਨ ਜੀ ਲਈ ਚਾਵਲ ਭੇਜੇ ਸਨ। ਅੱਗੇ ਹੈ 7th ਕੁਐਸਚਨ, ਖੱਖਾ ਕੁਐਸਚਨ, ਸੁਦਾਮਾ ਝੁੱਗੀ ਦੀ ਥਾਂ ਮਹਿਲ ਦੇਖ ਕੇ ਕੀ ਬੋਲਿਆ। ਜਦੋਂ ਸੁਦਾਮੇ ਨੇ ਝੁੱਗੀ ਦੀ ਥਾਂ ਮਹਿਲ ਦੇਖਿਆ ਤਾਂ ਕੀ ਕਿਹਾ। ਤਾਂ ਸੁਦਾਮਾ ਝੁੱਗੀ ਦੀ ਥਾਂ ਮਹਿਲ ਦੇਖ ਕੇ ਬੋਲਿਆ, ਤੂੰ ਧੰਨ ਹੈ ਕ੍ਰਿਸ਼ਨ ਤੇ ਤੇਰੀ ਯਾਰੀ ਵੀ ਧੰਨ ਹੈ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਬੇਟਾ ਠੀਕ ਹੈ, ਇਹ ਪ੍ਰਸ਼ਨ ਉੱਤਰ ਤੁਸੀਂ ਫੇਰ ਨੋਟਬੁੱਕ 'ਤੇ ਲਿਖ ਲੈਣਾ ਔਰ ਇੱਕ ਕਾਵ ਟੋਟੇ ਦਾ ਅਭਿਆਸ ਕਰ ਲੈਣਾ। ਧੰਨਵਾਦ ਬੇਟਾ।